ਸਰਦਾਰ ਕੁਲਵੀਰ ਸਿੰਘ ਦੀ ਪਗੜੀ ਅਤੇ ਰੁਮਾਲੇ ਸਾਹਿਬ ਦੀ ਦੁਕਾਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ, ਜਿਸ ਦੇ ਕੋਲ ਹਰਮੰਦਰ ਸਾਹਿਬ ਪੈਂਦਾ ਹੈ। ਉਹਨਾਂ ਦੀ ਦੁਕਾਨ ਉੱਥੇ ਬੜੀ ਪੁਰਾਣੀ ਹੈ ਤੇ ਕੁਲਵੀਰ ਸਿੰਘ ਨੇ ਇਹ ਘਟਨਾ ਸਾਡੇ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਆਪਾਂ ਇੱਥੇ ਪਿਛਲੇ 26 ਸਾਲਾਂ ਤੋਂ ਦੁਕਾਨਦਾਰੀ ਕਰ ਰਹੇ ਹਾਂ। ਇਹੋ ਸਾਡਾ ਕਾਰੋਬਾਰ ਹੈ ਤੇ ਆਪਾਂ ਗੁਰੂ ਘਰ ਦੇ ਨਜ਼ਦੀਕ ਹੀ ਗੁਰੂ ਤੋਂ ਹੀ ਲੈ ਕੇ ਰਿਜ਼ਕ ਕਮਾ ਰਹੇ ਹਾਂ। ਕਦੇ ਵੀ ਹੇਰ-ਫੇਰ ਜਾਂ ਲਾਲਚ ਕਰਕੇ ਦੁਕਾਨਦਾਰੀ ਨਹੀਂ ਕੀਤੀ ਤੇ ਮਾਲਕ ਦੀ ਇੰਨੀ ਕਿਰਪਾ ਹੈ ਕਿ ਇਸ ਗੱਲ ਦੀ ਗਵਾਹੀ ਸਾਰਾ ਇਲਾਕਾ ਭਰਦਾ ਹੈ। ਕੁਲਵੀਰ ਸਿੰਘ ਜੋ ਕਿ ਇਸ ਟਾਈਮ 50 ਸਾਲਾਂ ਦੇ ਹਨ, ਉਹਨਾਂ ਨੇ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਬੰਦਿਆਂ ਨੂੰ ਮਿਲਿਆ ਹਾਂ, ਅਨੇਕਾਂ ਹੀ ਜ਼ਿੰਦਗੀਆਂ ਬਣਾਈਆਂ ਤੇ ਉਜੜਦੀਆਂ ਦੇਖੀਆਂ ਨੇ। ਪੈਸੇ ਵੀ ਦੇਖੇ ਤੇ ਗਰੀਬੀ ਵੀ ਦੇਖੀ, ਪਰ ਇੱਕ ਐਸੀ ਘਟਨਾ, ਇੱਕ ਐਸਾ ਦੁਖਾਂਤ ਜਿਸ ਨੂੰ ਦੇਖ ਕੇ ਮੇਰੀ ਸਾਰੀ ਜ਼ਿੰਦਗੀ ਹਿੱਲ ਗਈ। ਇੱਕ ਸਵਾਲ ਮੇਰੇ ਮਨ ਦੇ ਅੰਦਰ ਛਪ ਗਿਆ ਜੋ ਨਿਕਲ ਨਹੀਂ ਰਿਹਾ ਸੀ ਤੇ ਇਸ ਦਾ ਜਵਾਬ ਦੇਣ ਵਾਲਾ ਕੋਈ ਵੀ ਨਹੀਂ ਸੀ। ਸੋ ਸਵਾਲ ਸੁਣਨ ਤੋਂ ਪਹਿਲਾਂ ਇਹ ਸਾਰੀ ਘਟਨਾ ਸੁਣ ਲਵੋ। ਕੁਲਵੀਰ ਸਿੰਘ ਦੱਸਦੇ ਨੇ ਕਿ ਮੈਂ ਆਪਣੀ ਦੁਕਾਨ ਤੇ ਇੱਕ ਦਿਨ ਲੇਟ ਪਹੁੰਚਿਆ। ਘਰ ਦੇ ਵਿੱਚ ਕੋਈ ਪ੍ਰੋਬਲਮ ਸੀ, ਸੋ ਮੈਂ ਲੇਟ ਦੁਕਾਨ ਖੋਲ ਰਿਹਾ ਸੀ। ਦੁਕਾਨ ਖੋਲਦਿਆਂ ਹੀ ਮੈਂ ਮੱਥਾ ਟੇਕਿਆ ਤੇ ਟੇਬਲ ਸਾਫ਼ ਕਰ ਰਿਹਾ ਸੀ ਕਿ ਇੱਕ ਚਿੱਟੇ ਰੰਗ ਦੀ ਗੱਡੀ ਮੇਰੀ ਦੁਕਾਨ ਦੇ ਸਾਹਮਣੇ ਆ ਕੇ ਰੁਕ ਗਈ। ਕਾਫੀ ਸਮਾਂ ਉਸ ਦੇ ਵਿੱਚੋਂ ਕੋਈ ਬਾਹਰ ਨਹੀਂ ਆਇਆ। ਮੈਨੂੰ ਲੱਗਿਆ ਕਿ ਸ਼ਾਇਦ ਕੋਈ ਵੈਸੇ ਹੀ ਗੱਡੀ ਖੜੀ ਕਰ ਗਿਆ ਹੋਵੇਗਾ ਤੇ ਮੈਂ ਆਪਣਾ ਕੰਮ ਦੇ ਵਿੱਚ ਲੱਗਿਆ ਰਿਹਾ। ਮੇਰੀ ਦੁਕਾਨ ਦੇ ਉੱਤੇ ਕੰਮ ਕਰਨ ਵਾਲੇ ਕਾਮੇ ਵੀ ਆਉਣ ਲੱਗ ਪਏ ਸੀ ਤੇ ਕੁਝ ਹੀ ਸਮੇਂ ਬਾਅਦ ਉਸ ਗੱਡੀ ਦੇ ਵਿੱਚੋਂ ਇੱਕ ਉੱਚਾ ਲੰਮਾ ਸਰਦਾਰ ਵਿਅਕਤੀ ਨਿਕਲਿਆ। ਪਗੜੀ ਧਾਰੀ ਸੀ ਤੇ ਦਾੜੀ ਕਟਵਾਈ ਹੋਈ ਸੀ। ਦੇਖਣ 'ਚ ਇੰਜ ਲੱਗ ਰਿਹਾ ਸੀ ਕਿ ਉਹ ਕੋਈ ਵੱਡਾ ਅਫਸਰ ਹੋਵੇ। ਉਸ ਦੀ ਪਰਸਨੈਲਿਟੀ ਤੋਂ ਕੁਝ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਅਤੇ ਉਹ ਮੇਰੀ ਦੁਕਾਨ ਦੇ ਵੱਲ ਆਇਆ ਤੇ ਮੈਨੂੰ ਬੁਲਾ ਕੇ ਕਹਿਣ ਲੱਗਿਆ ਕਿ ਮੈਨੂੰ ਇੱਕ ਰੁਮਾਲਾ ਸਾਹਿਬ ਵਧੀਆ ਦੇ ਵਿੱਚ ਦਿਖਾਓ। ਮੈਂ ਉਸ ਨੂੰ ਰੁਮਾਲੇ ਸਾਹਿਬ ਦਿਖਾਏ ਤੇ ਉਸ ਨੂੰ ਪਸੰਦ ਵੀ ਆ ਗਿਆ। ਉਸੇ ਰੁਮਾਲੇ ਸਾਹਿਬ ਨੂੰ ਫਾਈਨਲ ਕਰਕੇ ਉਸਨੇ ਮੇਰੇ ਤੋਂ ਪੈਸੇ ਪੁੱਛੇ ਤੇ ਮੈਂ ਉਹਨਾਂ ਨੂੰ ਕਿਹਾ ਕਿ 700 ਰੁਪਇਆ ਤੇ ਉਹ ਕਹਿਣ ਲੱਗੇ ਕਿ ਠੀਕ ਲਗਾਓ ਤੇ ਅਚਾਨਕ ਹੀ ਮੇਰੇ ਮੂੰਹੋਂ ਨਿਕਲ ਗਿਆ ਕਿ ਅੱਜ ਤੱਕ ਹੱਕ ਦਾ ਹੀ ਖਾਦਾ ਹੈ, ਨਜਾਇਜ਼ ਕਿਸੇ ਤੋਂ ਵੀ ਨਹੀਂ ਮੰਗੇ। ਮੇਰੇ ਮੂੰਹ ਦੇ ਵਿੱਚੋਂ ਇਹ ਗੱਲ ਨਿਕਲੀ ਸੀ ਕਿ ਉਸ ਦੇ ਹੱਥ ਦੇ ਵਿੱਚ ਫੜੇ ਹੋਏ 200 ਦੇ 2 ਨੋਟ ਟੇਬਲ ਦੇ ਉੱਤੇ ਡਿੱਗ ਪਏ ਅਤੇ ਉਸ ਦੀਆਂ ਅੱਖਾਂ ਨਮ ਹੋ ਜਾਪਦੀਆਂ ਸੀ ਅਤੇ ਉਹ ਮੈਨੂੰ ਕਹਿਣ ਲੱਗਿਆ ਕਿ ਸਰਦਾਰ ਜੀ, ਜੇ ਹੱਕ ਦਾ ਖਾਦਾ ਹੈ ਤਾਂ ਹਮੇਸ਼ਾ ਇਸ ਤਰ੍ਹਾਂ ਹੀ ਰੱਖੋ ਤੇ ਆਪਣੇ ਬੱਚਿਆਂ ਨੂੰ ਵੀ ਇਹੋ ਜਿਹੇ ਹੀ ਬਣਾਇਓ। ਕਿਸੇ ਨਾਲ ਨਜਾਇਜ਼ ਨਹੀਂ ਕਰਨੀ। ਜੇ ਨਜਾਇਜ਼ ਕਰਦੇ ਹੋ ਤਾਂ ਰੱਬ ਹੀ ਇਨਸਾਫ ਕਰ ਦਿੰਦਾ ਹੈ, ਜਿਸ ਦਾ ਸਬੂਤ ਇਹ ਹੈ ਕਿ ਮੇਰੇ ਪਾਪਾਂ ਦਾ ਫਲ ਉਸ ਦੀ ਮਹਿੰਗੀਆਂ ਤੇ ਸੋਹਣੀਆਂ ਦਿਖ ਰਹੀਆਂ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ। ਮੈਨੂੰ ਬੜੀ ਹੈਰਾਨੀ ਹੋਈ ਕਿ ਉਸਨੇ ਇੰਜ ਕਿਉਂ ਕਿਹਾ। ਅਜਿਹਾ ਕੀ ਸੀ ਉਸ ਗੱਡੀ ਵਿੱਚ ਜਿਸ ਨੂੰ ਉਹ ਆਪਣੇ ਪਾਪ ਦੱਸ ਰਿਹਾ ਸੀ। ਮੇਰੇ ਅੰਦਰ ਜਾਣਨ ਦੀ ਬੜੀ ਤੜਪ ਲੱਗੀ ਤੇ ਮੈਂ ਕਿਹਾ ਕਿ ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਮੇਰੇ ਕੋਲ ਬੈਠ ਸਕਦੇ ਹੋ। ਮੇਰੇ ਕਹਿਣ ਤੇ ਉਹ ਸਰਦਾਰ ਆਦਮੀ ਮੇਰੇ ਕੋਲ ਪਈ ਕੁਰਸੀ ਦੇ ਉੱਪਰ ਬੈਠ ਗਿਆ। ਮੈਂ ਉਸ ਨੂੰ ਪਾਣੀ ਦਿੱਤਾ ਤੇ ਕਿਹਾ ਕਿ ਸਰਦਾਰ ਜੀ, ਦਿਲ ਦੇ ਵਿੱਚ ਬੋਝ ਲੈ ਕੇ ਘੁੰਮ ਰਹੇ ਹੋ ਸਕਦਾ ਹੈ ਕਿ ਸ਼ਾਇਦ ਮੈਂ ਤੁਹਾਡੀ ਕੋਈ ਮਦਦ ਕਰ ਸਕਾਂ। ਮੇਰੀ ਗੱਲ ਸੁਣ ਕੇ ਉਹ ਮੇਰੇ ਵੱਲ ਦੇਖਣ ਲੱਗਿਆ ਤੇ ਕਹਿਣ ਲੱਗਿਆ ਕਿ ਜੇਕਰ ਤੁਸੀਂ ਮੇਰੀ ਮਦਦ ਕਰ ਦਿੱਤੀ ਤਾਂ ਮੈਂ ਸੌਖਾ ਹੋ ਕੇ ਮਰ ਸਕਦਾ ਹਾਂ, ਪਰ ਪਹਿਲਾਂ ਮੇਰੀ ਕਹਾਣੀ ਸੁਣ ਲਵੋ ਅਤੇ ਸਾਰੀ ਕਹਾਣੀ ਸੁਣਨ ਤੋਂ ਬਾਅਦ ਹੀ ਮਦਦ ਕਰਨ ਦਾ ਵਾਅਦਾ ਕਰਿਓ। ਉਹ ਦੱਸਣ ਲੱਗਿਆ ਕਿ ਉਹ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਇੱਕ ਉੱਚ ਅਧਿਕਾਰੀ ਹੈ ਅਤੇ ਇਸ ਸਮੇਂ ਉਸ ਦੀ ਡਿਊਟੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਹੈ। ਉਸਨੇ ਕਿਹਾ ਕਿ ਮੇਰੀ ਗਰੀਬੀ ਵਿੱਚੋਂ ਨਿਕਲ ਕੇ ਪੜ੍ਹ ਕੇ ਅਫਸਰ ਬਣਿਆ, ਪਰ ਸ਼ੁਰੂ ਤੋਂ ਹੀ ਮੈਂ ਬਹੁਤ ਰਿਸ਼ਵਤ ਲਈ ਹਰ ਇੱਕ ਜਗ੍ਹਾ, ਹਰ ਇੱਕ ਕੋਲੋਂ ਵੱਡੇ ਅਫਸਰ ਵੀ ਬਣ ਗਿਆ ਤਾਂ ਰਿਸ਼ਵਤ ਵੀ ਹੌਲੀ-ਹੌਲੀ ਹਜ਼ਾਰਾਂ ਲੱਖਾਂ ਦੇ ਵਿੱਚ ਪਹੁੰਚ ਗਈ। ਕੋਈ ਗਰੀਬ ਅਮੀਰ ਨਹੀਂ ਦੇਖਿਆ ਅਤੇ ਆਪਣੇ ਬੈਂਕ ਅਕਾਊਂਟ ਭਰਦਾ ਰਿਹਾ, ਪਰਿਵਾਰ ਨੂੰ ਚਲਾਉਂਦਾ ਰਿਹਾ ਤੇ ਮੇਰੀ ਪਤਨੀ ਨੂੰ ਵੀ ਸਭ ਕੁਝ ਪਤਾ ਸੀ। ਘਰ ਦੇ ਵਿੱਚ ਮਹਿੰਗੇ-ਮਹਿੰਗੇ ਗਿਫਟ ਆਉਂਦੇ ਦੇਖ ਕੇ ਉਹ ਵੀ ਬਹੁਤ ਖੁਸ਼ ਸੀ। ਉਸਨੇ ਮੈਨੂੰ ਕਦੇ ਵੀ ਨਹੀਂ ਰੋਕਿਆ। ਮੇਰੇ 2 ਲੜਕੇ ਹਨ ਅਤੇ 2 ਲੜਕੀਆਂ। ਮੇਰੇ ਕੋਲ ਇੱਕ ਵਾਰੀ ਕੇਸ ਆਇਆ ਤੇ ਗਰੀਬ ਘਰ ਵਾਲਿਆਂ ਨੂੰ ਮੈਂ ਬਹੁਤ ਪਰੇਸ਼ਾਨ ਕੀਤਾ।
ਪੈਸੇ ਦੇਣ ਦੇ ਲਈ ਤੇ ਰਿਸ਼ਵਤ ਲੈਣ ਦੇ ਲਈ, ਪਰ ਨਾ ਤਾਂ ਉਹਨਾਂ ਦੇ ਕੋਈ ਕਸੂਰ ਸੀ ਤੇ ਨਾ ਹੀ ਉਹ ਮੈਨੂੰ ਪੈਸੇ ਦੇ ਸਕਦੇ ਸੀ। ਸ਼ਾਇਦ ਉਹ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਆ ਚੁੱਕੇ ਸੀ ਅਤੇ ਸਾਰੇ ਪਰਿਵਾਰ ਨੇ ਤੰਗ ਆ ਕੇ ਆਤਮ ਹੱਤਿਆ ਕਰ ਲਈ ਤੇ ਉਹ ਸਾਰੇ ਪਰਿਵਾਰ ਹੀ ਮਾਰਿਆ ਗਿਆ। ਮੇਰੇ ਕੋਲੋਂ ਤੰਗ ਆ ਕੇ ਉਹ ਸਾਰੇ ਪਰਿਵਾਰ ਨੇ ਆਤਮ ਹੱਤਿਆ ਕਰ ਲਈ ਤੇ ਦੇਖਿਆ ਜਾਵੇ ਤਾਂ ਮੈਂ ਹੀ ਉਹਨਾਂ ਦਾ ਹਥਿਆਰਾ ਸੀ। ਮੈਨੂੰ ਕੋਈ ਦੁੱਖ ਤੇ ਪਛਤਾਵਾ ਨਹੀਂ ਹੋਇਆ। ਡਿਊਟੀ ਚੱਲਦੀ ਰਹੀ ਅਤੇ ਰਿਸ਼ਵਤ ਵੀ ਚੱਲਦੀ ਰਹੀ। ਬੱਚੇ ਵੱਡੇ ਹੋਏ ਪਰ ਮੈਂ ਪਰਿਵਾਰ ਦੇ ਵਿੱਚ ਧਿਆਨ ਨਹੀਂ ਦਿੱਤਾ। ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਮੇਰੀ ਪਤਨੀ ਨੂੰ ਇੱਕ ਭਿਆਨਕ ਰੋਗ ਹੈ। ਬਿਮਾਰੀ ਹੋਈ, ਪੈਸਾ ਲੱਗਿਆ ਪਰ ਮੈਂ ਉਸ ਨੂੰ ਬਚਾ ਨਾ ਸਕਿਆ ਤੇ ਆਖਿਰ ਉਹ ਵੀ ਮਰ ਗਈ। ਮੇਰੀ ਲੜਕੀਆਂ ਵਿਆਹੁਣ ਜੋਗੀਆਂ ਹੋਈਆਂ ਤੇ ਦੋਨੇ ਭੈਣਾਂ ਦਾ ਇੱਕੋ ਘਰ ਦੇ ਵਿੱਚ ਵਿਆਹ ਕਰ ਦਿੱਤਾ ਅਤੇ ਕਰੋੜਾਂ ਰੁਪਇਆ ਲਗਾ ਕੇ ਵਿਆਹ ਕੀਤਾ। ਪਰ ਕੁਝ ਸਾਲਾਂ ਬਾਅਦ ਉਹਨਾਂ ਦੇ ਘਰ 'ਚ ਕਲੇਸ਼ ਰਹਿਣ ਲੱਗਿਆ ਤੇ ਉਹਨਾਂ ਦੋਨਾਂ ਕੁੜੀਆਂ ਦਾ ਵੀ ਤਲਾਕ ਹੋ ਗਿਆ। ਪਤਾ ਲੱਗਿਆ ਕਿ ਮੇਰੀਆਂ ਕੁੜੀਆਂ ਨੂੰ ਨਸ਼ਾ ਕਰਨ ਦੀ ਆਦਤ ਹੈ, ਜੋ ਕਿ ਮੈਨੂੰ ਵੀ ਨਹੀਂ ਪਤਾ ਸੀ ਅਤੇ ਉਹ ਵੀ ਤਲਾਕਸ਼ੁਦਾ ਹੋ ਕੇ ਘਰ ਦੇ ਵਿੱਚ ਹੀ ਬੈਠ ਗਈਆਂ। ਮੇਰੇ 2 ਲੜਕੇ ਹਨ ਜੋ ਪਹਿਲਾਂ ਹੀ ਪੜਨੋਂ ਹਟ ਗਏ ਅਤੇ ਇੱਕ ਨੂੰ ਚਿੱਟੇ ਦੀ ਲੱਤ ਲੱਗ ਗਈ ਅਤੇ ਉਹ ਵੀ ਨਸ਼ਿਆਂ ਦਾ ਆਦੀ ਹੋ ਚੁੱਕਿਆ ਹੈ। ਮੈਂ ਉਸ ਨੂੰ ਬਹੁਤ ਰੋਕਿਆ ਪਰ ਉਹ ਨਹੀਂ ਹਟ ਸਕਿਆ ਤੇ ਉਹ ਅੱਜ ਮਰਨ ਕੰਢੇ ਪਿਆ ਹੋਇਆ ਹੈ। ਪਰ ਦੂਜਾ ਮੁੰਡਾ ਪੜਿਆ ਤਾਂ ਕਾਫੀ ਹੈ, ਲੰਡਨ ਗਿਆ ਸੀ ਪਰ ਪਤਾ ਨਹੀਂ ਕੀ ਹੋਇਆ, ਉਸ ਨੂੰ ਦਿਲ ਦੀ ਕੋਈ ਪ੍ਰੋਬਲਮ ਆ ਗਈ ਤੇ ਹੁਣ ਉਹ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦਾ ਰਹਿੰਦਾ ਹੈ, ਜੋ ਕਿ ਹੁਣ ਉਹ ਲੰਡਨ ਤੋਂ ਵਾਪਿਸ ਆ ਚੁੱਕਿਆ ਹੈ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੈਂ ਬਿਲਕੁਲ ਠੀਕ ਹਾਂ, ਮੈਨੂੰ ਕੁਝ ਵੀ ਨਹੀਂ ਹੋਇਆ। ਹੌਲੀ ਹੌਲੀ ਮੈਂ ਸਭ ਕੁਝ ਸਮਝ ਗਿਆ ਕਿ ਪਰਮਾਤਮਾ ਸਭ ਕੁਝ ਮੇਰੇ ਪਾਪਾਂ ਦਾ ਮੇਰੇ ਸਾਹਮਣੇ ਰੱਖ ਰਿਹਾ ਹੈ। ਇਸੇ ਲਈ ਮੈਨੂੰ ਕੁਝ ਵੀ ਨਹੀਂ ਹੋਇਆ, ਕਿਉਂਕਿ ਪਰਮਾਤਮਾ ਮੈਨੂੰ ਇਹ ਅਹਿਸਾਸ ਕਰਵਾ ਰਿਹਾ ਹੈ ਕਿ ਨਾ ਤਾਂ ਮੈਂ ਜਿਉਂਦਿਆਂ ਦੇ ਵਿੱਚ ਹਾਂ ਤੇ ਨਾ ਮਰਿਆਂ ਦੇ ਵਿੱਚ। ਫਿਰ ਉਹ ਅਫਸਰ ਗੱਡੀ ਦੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਿਆ ਕਿ ਉਹ ਗੱਡੀ ਮਹਿੰਗੀ ਵਧੀਆ ਦਿਖ ਰਹੀ ਹੈ, ਜਿਸ ਦੀ ਕੀਮਤ 40 ਤੋਂ 50 ਲੱਖ ਹੈ। ਉਹ ਸੋਹਣੀ ਗੱਡੀ ਦੇ ਵਿੱਚ ਮੇਰੇ ਪਾਪ, ਮੇਰੇ ਨਸ਼ੇੜੀ ਪੁੱਤ ਤੇ ਨਾਲ ਹੀ ਮੇਰੀ ਪਾਗਲ ਪੁੱਤ ਅਤੇ ਉਹਨਾਂ ਦੇ ਨਾਲ ਹੀ ਮੇਰੀ ਤਲਾਕਸ਼ੁਦਾ ਲੜਕੀਆਂ ਵੀ ਬੈਠੀਆਂ ਨੇ, ਜਿਨ੍ਹਾਂ ਨੂੰ ਲੈ ਕੇ ਮੈਂ ਰੋਜ਼ ਹਰਮੰਦਰ ਸਾਹਿਬ ਆਉਂਦਾ ਹਾਂ ਕਿ ਸ਼ਾਇਦ ਮੇਰੇ ਗੁਨਾਹ ਬਖਸ਼ੇ ਜਾਣ, ਕਿ ਮੈਂ ਆਪਣੇ ਕੀਤੇ ਹੋਏ ਦਾ ਪਛਤਾਵਾ ਕਰ ਸਕਾਂ। ਕੁਲਵੀਰ ਸਿੰਘ ਨੇ ਕਿਹਾ ਕਿ ਉਸ ਅਫਸਰ ਦੀ ਗੱਲ ਸੁਣ ਕੇ ਮੈਂ ਸੋਚਾਂ ਦੇ ਵਿੱਚ ਡੁੱਬ ਚੁੱਕਿਆ ਸੀ ਤੇ ਸਭ ਕੁਝ ਮੇਰੀ ਵੀ ਸਮਝ ਤੋਂ ਬਾਹਰ ਹੀ ਸੀ। ਮੈਂ ਨਰਕਾਂ ਦੇ ਸਵਰਗਾਂ ਦੇ ਦਰਸ਼ਨ ਕਰ ਹੀ ਚੁੱਕਿਆ ਸੀ। ਉਹ ਅਫਸਰ ਮੈਨੂੰ ਕਹਿਣ ਲੱਗੇ ਕਿ ਮੇਰੀ ਮਦਦ ਕਰੋਗੇ, ਮੇਰੇ ਬੱਚੇ ਕਿਵੇਂ ਠੀਕ ਹੋਣਗੇ, ਮੇਰੇ ਪਾਪ ਕਿਵੇਂ ਖਤਮ ਹੋਣਗੇ ਤੇ ਮੈਨੂੰ ਮਾਫੀ ਕਿਵੇਂ ਮਿਲੇਗੀ। ਇਹ ਸਭ ਨੂੰ ਖਤਮ ਕਰਨ ਲਈ ਮੈਨੂੰ ਕੀ ਕਰਨਾ ਪਵੇਗਾ। ਹੁਣ ਮੇਰੇ ਕੋਲ ਉਸ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਤੇ ਮੈਂ ਆਪਣੇ ਕੀਤੇ ਹੋਏ ਵਾਅਦੇ ਦਾ ਵੀ ਕੀ ਕਰਦਾ। ਮੇਰੀ ਖਾਮੋਸ਼ੀ ਦੇਖ ਉਹ ਉੱਠ ਕੇ ਚਲਾ ਗਿਆ ਤੇ ਕਹਿਣ ਲੱਗਿਆ ਕਿ ਵਾਪਸ ਆਵਾਂਗਾ ਤੇ ਉਹ ਆਪਣੀ ਗੱਡੀ ਲੈ ਕੇ ਚਲਾ ਗਿਆ। ਸੱਚ ਵਿੱਚ ਹੀ ਉਸ ਦੀ ਗੱਡੀ ਦੇ ਵਿੱਚ ਉਸ ਦੇ 4 ਬੱਚੇ ਸੀ ਜੋ ਕਿ ਮਾੜੇ ਹਾਲਾਤਾਂ ਦੇ ਵਿੱਚ ਸੀ। ਉਹਨਾਂ ਨੂੰ ਦਰਬਾਰ ਸਾਹਿਬ ਲੈ ਗਿਆ। ਹੁਣ ਮੈਂ ਆਪਣਾ ਵਾਅਦਾ ਕਿਵੇਂ ਪੂਰਾ ਕਰਾਂ, ਉਸ ਦੀ ਮਦਦ ਕਿਵੇਂ ਕਰਾਂ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।